ਸ਼ਲੋਕ ਮਹਲਾ ਪੰਜਵਾਂ। ਨਾਨਕ ਸੋਏ ਦਿਨਸ ਸੁਹਾਵੜਾ, ਜਿਤ ਪ੍ਰਭ ਆਵੈ ਚਿਤ। ਜਿਤ ਦਿਨ ਵਿਸਰੈ ਪਾਰ ਬ੍ਰਹਮ, ਫਿਟ ਪਲੇਰੀ ਰੁੱਤ। ਮਹਲਾ ਪੰਜਵਾਂ। ਨਾਨਕ ਮਿਤਰਾਈ ਤਿਸ ਸਿਉ, ਸਭ ਕਿਛ ਜਿਸ ਕੈ ਹਾਥ। ਕੋ ਮਿਤਰਾ ਸੇ ਕਾਂਡਿਆ ਹੈ, ਇਕ ਵਿਖ ਨਾ ਚਲਹਿ ਸਾਥ। ਪਾਉੜੀ। ਅੰਮ੍ਰਿਤ ਨਾਮ ਨਿਧਾਨ ਹੈ, ਮਿਲ ਪੀਵਹੁ ਪਾਈ। ਜਿਸ ਸਿਮਰਤ ਸੁਖ ਪਾਈਐ, ਸਭ ਤਿਖਾ 부ਝਾਈ। ਕਰ ਸੇਵਾ ਪਾਰ ਬ੍ਰਹਮ ਗੁਰ, ਭੁਖ ਰਹੈ ਨ ਕਾਈ। ਸਗਲ ਮਨੋਰਥ ਪੁੰਨਿਆ, ਅਮਰਾ ਪਦ ਪਾਈ। ਤੁਧ ਜੈਵੜ ਤੂੰ ਹੈ ਪਾਰ ਬ੍ਰਹਮ, ਨਾਨਕ ਸਰਨਾਈ। ਤੁਧ ਜੈਵੜ ਤੂੰ ਹੈ ਪਾਰ ਬ੍ਰਹਮ, ਨਾਨਕ ਸਰਨਾਈ। ਸ਼ਲੋਕ ਮਹਲਾ ਪੰਜਵਾਂ। ਨਾਨਕ ਸੋਏ ਦਿਨਸ ਸੁਹਾਵੜਾ, ਜਿਤ ਪ੍ਰਭ ਆਵੈ ਚਿਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਸਤਿਗੁਰੂ ਮਹਾਰਾਜ ਦੀ ਸਾਜੀ ਨਵਾਜੀ ਹੋਈ ਗੁਰੂ ਖਾਲਸਾ ਸਤ ਸੰਗਤ ਜੀਓ, ਸਤਿਗੁਰੂ ਨੇ ਅਪਾਰ ਬਖਸ਼ਿਸ਼ ਕੀਤੀ। ਆਪ ਸੰਗਤਾਂ ਸਤਿਗੁਰੂ ਦੀ ਪਾਵਨ ਅੰਮ੍ਰਿਤ ਰੂਪ ਬਾਣੀ ਦੀ ਕਥਾ ਵਿਚਾਰ ਸਰਵਣ ਕਰ ਰਹੇ ਹੋ। ਸਾਹਿਬਾਂ ਦਾ ਫਰਮਾਨ ਹੈ, ਬਾਣੀ ਬਿਰਲੋ ਵਿਚਾਰ ਸੀ। ਜੇ ਕੋ ਗੁਰਮੁਖ ਹੋਏ, ਇਹ ਬਾਣੀ ਮਹਾਂਪੁਰਖ ਕੀ ਨਿਜ ਕਰ ਵਾਸਾ ਹੋਏ। ਇਹ ਬਾਣੀ ਮਹਾਂਪੁਰਖ ਅਕਾਲ ਪੁਰਖ ਦੀ ਬਾਣੀ ਹੈ। ਇਸ ਲਈ ਇਸ ਬਾਣੀ ਦੀ ਵਿਚਾਰ ਕਰਨੀ ਜਣੇ ਖਣੇ ਦਾ ਕੰਮ ਨਹੀਂ ਹੈ। ਹਜ਼ੂਰ ਕਹਿੰਦੇ ਨੇ, ਜਿਸ ਉੱਤੇ ਅਕਾਲ ਪੁਰਖ ਵਾਹਿਗੁਰੂ ਦੀ ਬਖਸ਼ਿਸ਼ ਹੋਵੇ, ਜਿਸ ਨੂੰ ਸਤਿਗੁਰੂ ਦੀ ਬਾਣੀ ਰਾਹ ਦੇਵੇ, ਉਹੀ ਗੁਰਮੁਖ ਪਿਆਰਾ, ਉਹੀ ਗੁਰਸਿੱਖ ਵਿਦਵਾਨ ਗੁਰਬਾਣੀ ਦੀ ਸਹੀ ਵਿਚਾਰ ਕਰ ਸਕਦਾ ਹੈ ਤੇ ਇਸ ਦਾ ਫਲ ਵੀ ਬਹੁਤ ਵੱਡਾ ਹੈ। ਨਿਜ ਕਰ ਵਾਸਾ ਹੋਏ। ਜਿਹੜਾ ਗੁਰਸਿੱਖ ਮਾਈ ਭਾਈ ਬਾਣੀ ਦੀ ਵਿਚਾਰ ਕਰਕੇ, ਬਾਣੀ ਦੇ ਅਰਥ ਭਾਵ ਨੂੰ ਸਮਝ ਕੇ ਉਹਦੇ ਅਨੁਸਾਰ ਆਪਣੇ ਜੀਵਨ ਨੂੰ ਢਾਲ ਲੈਂਦਾ ਹੈ ਤੇ ਫਿਰ ਉਹਦਾ ਆਪਣੇ ਨਿਜ ਘਰ ਤੁਰੀਆ ਪਦ ਵਿੱਚ, ਆਤਮਕ ਅਡੋਲ ਅਵਸਥਾ ਵਿੱਚ ਅਥਵਾ ਅਕਾਲ ਪੁਰਖ ਵਾਹਿਗੁਰੂ ਦੇ ਸੱਚਖੰਡ ਵਿੱਚ ਵਾਸਾ ਹੋ ਜਾਂਦਾ ਹੈ। ਇਸ ਲਈ ਆਪ ਸੰਗਤਾਂ ਉਸ ਪਵਿੱਤਰ ਬਾਣੀ ਦੀ ਵਿਚਾਰ ਸੁਣ ਰਹੇ ਹੋ। ਪੰਚਮ ਪਾਤਸ਼ਾਹ ਸ਼ਹੀਦਾਂ ਦੇ ਸਿਰਤਾਜ, ਸ਼ਾਂਤੀ ਦੇ ਸੋਮੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਨੇ ਸਾਡੇ ਤੇ ਮਹਾਨ ਪਰਉਪਕਾਰ ਕੀਤੇ। ਪਰ ਹਜ਼ੂਰ ਦਾ ਸਭ ਤੋਂ ਵੱਡਾ ਪਰਉਪਕਾਰ ਇਹ ਹੈ, ਜੋ ਅੰਮ੍ਰਿਤ ਬਾਣੀ ਦਾ ਇੱਕ ਅਮੋਲਕ ਹੀਰੇ ਰਤਨਾਂ ਦਾ ਖਜ਼ਾਨਾ ਸਾਡੀ ਝੋਲੀ ਵਿੱਚ ਪਾ ਗਏ ਹਨ। ਇਹ ਐਸਾ ਅਮੋਲਕ ਖਜ਼ਾਨਾ ਹੈ, ਖਾਵੈ ਹੈ ਖਰਚਾ ਹੈ ਰਲ ਮਿਲ ਭਾਈ। ਤੋਟ ਨਾ ਆਵੈ ਵੱਧ ਦੋ ਜਾਈ। ਇਹ ਕਦੀ ਮੁੱਕਣ ਵਾਲਾ ਨਹੀਂ ਹੈ। ਇਹੋ ਤਨ ਅਖੁੱਟ, ਨਾ ਨਖੁਟੈ ਨਾ ਜਾਏ।
ਪੂਰੇ ਸਤਿਗੁਰ ਦੀਆ ਦਿਖਾਏ। ਧੰਨ ਹਨ ਉਹ ਗੁਰਸਿੱਖ ਮਾਈ ਭਾਈ, ਜਿਹੜੇ ਇਸ ਬਾਣੀ ਦੇ ਮਹਾਨ ਖਜ਼ਾਨੇ ਦੇ ਨਾਲ ਸਾਂਝ ਪਾਉਂਦੇ ਹਨ। ਅੰਮ੍ਰਿਤ ਵੇਲੇ ਉੱਠ ਕੇ ਜਪਜੀ ਸਾਹਿਬ ਜੀ ਦਾ ਪਾਠ ਕਰਦੇ ਹਨ, ਜਾਪ ਸਾਹਿਬ ਵੀ ਪੜ੍ਹਦੇ ਹਨ। ਸੁਦਾ ਸਵਈਏ, ਚੌਪਈ ਸਾਹਿਬ, ਆਨੰਦ ਸਾਹਿਬ ਜੀ ਦਾ ਵੀ ਜਾਪ ਕਰਦੇ ਹਨ। ਸੰਧਿਆ ਸਮੇਂ ਰਹਿ ਰਾਸ, ਸੌਣ ਲੱਗਿਆਂ ਸੋਹਿਲਾ ਪੜ੍ਹਦੇ ਹਨ। ਹੋਰ ਵੀ ਸਤਿਗੁਰੂ ਦੀ ਬਾਣੀ ਜਿੰਨੀ ਵੀ ਕੋਈ ਪੜ੍ਹ ਲਵੇ, ਉਹ ਸਮਾਂ ਵੀ ਸਫਲ ਹੈ, ਜੀਵਨ ਵੀ ਸਫਲ ਹੈ, ਅਤੇ ਉਹ ਸਥਾਨ ਵੀ ਭਾਗਾਂ ਵਾਲਾ ਬਣ ਜਾਂਦਾ ਹੈ, ਜਿੱਥੇ ਬੈਠ ਕੇ ਬਾਣੀ ਪੜ੍ਹੀ ਜਾਂਦੀ ਹੈ। ਧਰਤ ਪੁਨੀਤ ਭਈ ਗੁਣ ਗਾਏ, ਦੁਰਤ ਗਿਆ ਹਰ ਨਾਮ ਤੇ ਆਏ। ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਗੌੜੀ ਰਾਗ ਦੀ ਦੂਸਰੀ ਵਾਰ ਦੇ ਵਿੱਚ 2 ਸ਼ਲੋਕਾਂ ਦੀ ਕਥਾ ਆਪ ਸੰਗਤਾਂ ਨੇ ਸਰਵਣ ਕੀਤੀ ਹੈ। ਹੁਣ ਅੱਗੇ ਜਿਵੇਂ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਪਾਵਨ ਪਵਿੱਤਰ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ, ਉਹ ਆਪ ਸੰਗਤਾਂ ਪ੍ਰੇਮ ਦੇ ਨਾਲ ਸਰਵਣ ਕਰੋ। ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਦੇ ਪਾਵਨ ਚਰਨਾਂ ਕਮਲਾਂ ਵਿਖੇ ਗੁਰਸਿੱਖ ਸੰਗਤਾਂ ਨੇ ਬੇਨਤੀ ਕੀਤੀ, ਸੱਚੇ ਪਾਤਸ਼ਾਹ ਸਾਨੂੰ ਕਿਰਪਾ ਕਰਕੇ ਇਹ ਦੱਸੋ, ਸਭ ਤੋਂ ਚੰਗਾ ਦਿਨ ਕਿਹੜਾ ਹੈ ਤੇ ਸਭ ਤੋਂ ਚੰਗੀ ਰੁੱਤ ਕਿਹੜੀ ਹੈ? ਕਿਉਂਕਿ ਦੁਨੀਆ ਦੇ ਵਿੱਚ ਲੋਕਾਂ ਦੇ ਵੱਖੋ ਵੱਖਰੇ ਖਿਆਲ ਨੇ। ਕੋਈ ਵਿਆਹ ਦੇ ਦਿਨ ਨੂੰ ਚੰਗਾ ਦਿਨ ਗਿਣਦਾ ਹੈ, ਕਿਸੇ ਦੇ ਘਰ ਪੁੱਤਰ ਪੈਦਾ ਹੋ ਜਾਵੇ ਉਹਦੇ ਲਈ ਉਹ ਖੁਸ਼ੀਆਂ ਭਰਿਆ ਦਿਨ ਮੰਨਿਆ ਜਾਂਦਾ ਹੈ। ਕੋਈ ਵਾਹਿਗੁਰੂ ਕਿਸੇ ਨੂੰ ਹੋਰ ਕੋਈ ਪਦਵੀ ਬਖਸ਼ਿਸ਼ ਕਰ ਦੇਵੇ, ਉਹ ਉਸ ਦਿਨ ਨੂੰ ਸੁਭਾਗਾ ਸਮਝਦਾ ਹੈ। ਪਰ ਅਸਲੀ ਸੁਹਾਵਣਾ ਦਿਨ ਤੇ ਸਭ ਤੋਂ ਅੱਛੀ ਰੁੱਤ ਕਿਹੜੀ ਹੈ? ਲਓ ਹੁਣ ਇਹਦਾ ਨਿਰਣਾ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਪਹਿਲੇ ਸ਼ਲੋਕ ਵਿੱਚ ਕਰ ਰਹੇ ਹਨ। ਸੰਗਤਾਂ ਪ੍ਰੇਮ ਦੇ ਨਾਲ ਇਸ ਪਾਵਨ ਬਾਣੀ ਦੀ ਵਿਚਾਰ ਸਰਵਣ ਕਰੋ ਤੇ ਇੱਕ ਵਾਰੀ ਪਿਆਰ ਦੇ ਨਾਲ ਆਖੋ, ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸ਼ਲੋਕ ਮਹਲਾ ਪੰਜਵਾਂ। ਨਾਨਕ ਸੋਏ ਦਿਨ ਸੁਹਾਵੜਾ, ਜਿਤ ਪ੍ਰਭ ਆਵੈ ਚਿਤ। ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਸ਼ਲੋਕ ਦੋਹਰੇ ਦੀ ਕਿਸਮ ਦਾ ਕਾਵਿ ਰਚਨਾ ਵਿੱਚ ਇੱਕ ਛੰਦ ਹੈ। ਸਤਿਗੁਰੂ ਨੇ ਇਸ ਵਾਰ ਦੇ ਅੰਦਰ ਸ਼ਲੋਕ ਤੇ ਪੌੜੀਆਂ ਦਾ ਪ੍ਰਯੋਗ ਕੀਤਾ ਹੈ। ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਗੁਰਮੁਖੋ ਨਾਨਕ ਸੋਈ ਦਿਨ ਸੁਹਾਵੜਾ। ਸਾਡੇ ਲਈ ਉਹੀ ਦਿਨ ਸਭ ਤੋਂ ਸੁਹਾਵਣਾ ਹੈ। ਸਭ ਤੋਂ ਅੱਛਾ ਦਿਨ ਉਹੀ ਹੈ, ਜਿਤ ਪ੍ਰਭ ਆਵੈ ਚਿਤ। ਜਿਸ ਦਿਨ ਅਕਾਲ ਪੁਰਖ ਵਾਹਿਗੁਰੂ ਕਿਸੇ ਨੂੰ ਯਾਦ ਆਵੇ, ਭਾਵ ਉਹ ਦਿਨ ਚੰਗਾ ਹੁੰਦਾ ਹੈ ਜਦੋਂ ਆਪਾਂ ਅੰਮ੍ਰਿਤ ਵੇਲੇ ਉੱਠ ਕੇ ਮੂਲ ਮੰਤਰ ਦਾ, ਵਾਹਿਗੁਰੂ ਮੰਤਰ ਦਾ ਸਿਮਰਨ ਕਰਦੇ ਹਾਂ, ਉਸ ਮਾਲਕ ਦੀ ਯਾਦ ਵਿੱਚ ਜੁੜਦੇ ਹਾਂ। ਉਸ ਵੇਲੇ ਨੂੰ ਸਤਿਗੁਰੂ ਨੇ ਅੰਮ੍ਰਿਤ ਵੇਲਾ ਵੀ ਆਖਿਆ ਹੈ। ਅੰਮ੍ਰਿਤ ਵੇਲਾ ਸਚ ਨਾਉ, ਵਡਿਆਈ ਵਿਚਾਰ, ਕਰਮੀ ਆਵੈ ਕਪੜਾ ਨਦਰੀ ਮੋਖ ਦੁਆਰ। ਇੱਥੇ ਸਤਿਗੁਰੂ ਮਹਾਰਾਜ ਦਿਨ ਦੀ ਗੱਲ ਕਰਦੇ ਹਨ। ਉਹ ਦਿਨ ਸਭ ਤੋਂ ਚੰਗਾ ਹੈ। 12 ਮਹਾਬਾਣੀ ਦੇ ਅੰਦਰ ਜਿੱਥੇ ਪੰਚਮ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਨੇ 12 ਮਹੀਨਿਆਂ ਦੁਆਰਾ ਉਪਦੇਸ਼ ਦਿੱਤਾ ਹੈ, ਔਰ ਉਸੇ ਬਾਣੀ ਦੇ ਅਖੀਰ ਉਤੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਇਹ ਵੀ ਬਚਨ ਲਿਖੇ ਹਨ, ਮਹਾ ਦਿਵਸ ਮੂਰਤ ਭਲੇ, ਜਿਸ ਕੋ ਨਦਰ ਕਰੇ
ਨਾਨਕ ਮੰਗੈ ਦਰਸ ਦਾਨ ਕਿਰਪਾ ਕਰੋ ਹਰੀ। ਹਜ਼ੂਰ ਕਹਿੰਦੇ ਨੇ ਉਹ ਦਿਨ ਸਭ ਤੋਂ ਸੁਹਾਵਣਾ ਹੁੰਦਾ ਹੈ ਜਿਸ ਵੇਲੇ ਅਕਾਲ ਪੁਰਖ ਵਾਹਿਗੁਰੂ ਕਿਸੇ ਨੂੰ ਯਾਦ ਆਉਂਦਾ ਹੈ। ਠੀਕ ਹੈ, ਕੋਈ ਖਾਸ ਤਿਉਹਾਰਾਂ ਦੇ ਦਿਨ ਨੂੰ ਵੀ ਚੰਗਾ ਸਮਝਦਾ ਹੈ। ਕਈ ਕਹਿੰਦੇ ਦੀਵਾਲੀ ਬੜੀ ਚੰਗੀ ਹੈ, ਕੋਈ ਕਹਿੰਦਾ ਵਿਸਾਖੀ ਦਾ ਦਿਹਾੜਾ ਬੜਾ ਸ਼ੁਭ ਹੈ, ਕੋਈ ਕਿਸੇ ਦਿਨ ਨੂੰ ਅੱਛਾ ਸਮਝਦਾ ਹੈ, ਕੋਈ ਕਿਸੇ ਦਿਨ ਨੂੰ। ਪਰ ਸਤਿਗੁਰੂ ਕਹਿੰਦੇ ਨੇ ਅਸਲੀ ਸਭ ਤੋਂ ਸੁਹਾਵਣਾ ਦਿਨ ਉਹ ਹੈ ਵੀ ਜਿਸ ਦੇ ਵਿੱਚ ਅਕਾਲ ਪੁਰਖ ਵਾਹਿਗੁਰੂ ਚੇਤੇ ਆਉਂਦਾ ਹੈ, ਭਾਵ ਜਿਸ ਦਿਨ ਮਨੁੱਖ ਉਸ ਪਰਮ ਪਿਤਾ ਅਕਾਲ ਪੁਰਖ ਵਾਹਿਗੁਰੂ ਦੀ ਯਾਦ ਵਿੱਚ ਜੁੜਦਾ ਹੈ, ਵਾਹਿਗੁਰੂ ਵਾਹਿਗੁਰੂ ਦਾ ਸਿਮਰਨ ਕਰਦਾ ਹੈ, ਉਹ ਦਿਨ ਸਭ ਤੋਂ ਸੁਹਾਵਣਾ ਦਿਨ ਹੁੰਦਾ ਹੈ। ਜਿਤ ਦਿਨ ਵਿਸਰੈ ਪਾਰ ਬ੍ਰਹਮ ਫਿਟ ਭਲੇਰੀ ਰੁੱਤ। ਫਿਰ ਮਹਾਰਾਜ ਰੁੱਤ ਕਿਹੜੀ ਚੰਗੀ ਹੈ? ਹਜ਼ੂਰ ਕਹਿੰਦੇ ਨੇ ਰੁੱਤ ਵੀ ਉਹੀ ਚੰਗੀ ਹੈ ਜਿਸ ਰੁੱਤ ਵਿੱਚ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੀ ਸਿਫਤ ਸਲਾਹ ਕੀਤੀ ਜਾਵੇ। ਦਿਨ ਉਹ ਚੰਗਾ ਹੈ ਜਿਹਦੇ ਵਿੱਚ ਵਾਹਿਗੁਰੂ ਦਾ ਸਿਮਰਨ ਹੁੰਦਾ ਹੈ। ਰੁੱਤ ਉਹ ਚੰਗੀ ਹੈ ਜਿਸ ਦੇ ਵਿੱਚ ਵਾਹਿਗੁਰੂ ਦੀ ਸਿਫਤ ਸਲਾਹ ਕੀਤੀ ਜਾਵੇ। ਪਰ ਨਾਲ ਹੀ ਸਤਿਗੁਰੂ ਕਹਿੰਦੇ ਨੇ ਜਿਤ ਦਿਨ ਵਿਸਰੈ ਪਾਰ ਬ੍ਰਹਮ ਫਿਟ ਭਲੇਰੀ ਰੁੱਤ। ਜਿਸ ਦਿਨ ਸਾਨੂੰ ਉਹ ਅਕਾਲ ਪੁਰਖ ਵਾਹਿਗੁਰੂ ਭੁੱਲ ਜਾਵੇ ਤੇ ਚਾਹੇ ਉਹ ਭਲੇਰੀ ਰੁੱਤ ਵੀ ਕਿਉਂ ਨਾ ਹੋਵੇ। ਭਲੇਰੀ ਦਾ ਅਰਥ ਬਹੁਤ ਅੱਛੀ, ਸਭ ਤੋਂ ਚੰਗੀ। ਭਾਵੇਂ ਉਹ ਰੁੱਤ ਸਭ ਤੋਂ ਚੰਗੀ ਵੀ ਕਿਉਂ ਨਾ ਹੋਵੇ, ਪਰ ਸਤਿਗੁਰੂ ਕਹਿੰਦੇ ਨੇ ਉਹਨੂੰ ਲੱਖ ਲਾਹਨਤ ਹੈ, ਉਹਨੂੰ ਤ੍ਰਿਗਾਕਾਰ ਹੈ, ਉਹਨੂੰ ਫਿਟੇ ਮੂੰਹ ਹੈ। ਕਿਉਂਕਿ ਸਮਾਂ ਆਪਣੇ ਆਪ ਨਾ ਤੇ ਕੋਈ ਚੰਗਾ ਹੈ ਨਾ ਮਾੜਾ ਹੈ, ਨਾ ਸ਼ੁਭ ਹੈ ਨਾ ਅਸ਼ੁਭ ਹੈ। ਜਿਸ ਵੇਲੇ ਅਸੀਂ ਸ਼ੁਭ ਕਰਮ ਕਰਦੇ ਹਾਂ ਉਹ ਦਿਨ ਉਹ ਸਮਾਂ ਸਾਡੇ ਲਈ ਚੰਗਾ ਬਣ ਜਾਂਦਾ ਹੈ, ਤੇ ਜਿਸ ਦਿਨ ਮਾੜੇ ਕੰਮ ਕਰਦੇ ਹਾਂ ਉਹੀ ਦਿਨ ਉਹੀ ਰੁੱਤ ਸਾਡੇ ਲਈ ਮਾੜੀ ਹੋ ਜਾਂਦੀ ਹੈ। ਪਰ ਸਤਿਗੁਰੂ ਕਹਿੰਦੇ ਨੇ ਜੇ ਸਾਰੇ ਹੀ ਦਿਨਾਂ ਦੇ ਵਿੱਚ ਮਨੁੱਖ ਵਾਹਿਗੁਰੂ ਦਾ ਸਿਮਰਨ ਕਰੇ ਤੇ ਅਕਾਲ ਪੁਰਖ ਵਾਹਿਗੁਰੂ ਦੀ ਸਿਫਤ ਸਲਾਹ ਕਰਦਾ ਰਹੇ, ਫਿਰ ਉਹ ਦਿਨ ਵੀ ਤੇ ਸਾਰੀਆਂ ਰੁੱਤਾਂ ਹੀ ਉਹਦੇ ਲਈ ਸ਼ੁਭ ਹੋ ਜਾਂਦੀਆਂ ਨੇ। ਜਿਵੇਂ ਆਮ ਤੌਰ ਤੇ 6 ਰੁੱਤਾਂ ਦਾ ਗੁਰਬਾਣੀ ਵਿੱਚ ਜ਼ਿਕਰ ਮਿਲਦਾ ਹੈ। ਕਈ ਕਹਿੰਦੇ ਠੰਡ ਦੀ ਰੁੱਤ ਚੰਗੀ ਹੈ, ਕੋਈ ਕਹਿੰਦਾ ਗਰਮੀ ਦਾ ਮੌਸਮ ਚੰਗਾ ਹੁੰਦਾ ਹੈ। ਪਰ ਸਿਆਣੇ ਪੁਰਸ਼ਾਂ ਨੇ ਆਖਿਆ ਹੈ ਬਈ ਜਿਹੜੀ ਬਸੰਤ ਰੁੱਤ ਹੈ ਇਹ ਸਭ ਦੀ ਰਾਜਾ ਹੈ। ਬਸੰਤ ਰੁੱਤ ਨੂੰ ਸਭ ਤੋਂ ਅੱਛੀ ਮੰਨਿਆ। ਇਹਨਾਂ ਦਿਨਾਂ ਦੇ ਵਿੱਚ ਬਸੰਤ ਰੁੱਤ ਚੱਲ ਵੀ ਰਹੀ ਹੈ। ਪਰ ਸਤਿਗੁਰੂ ਕਹਿੰਦੇ ਨੇ ਬਈ ਚਾਹੇ ਬਸੰਤ ਰੁੱਤ ਵੀ ਕਿਉਂ ਨਾ ਹੋਵੇ, ਹੋਰ ਇਸ ਤੋਂ ਵੱਧ ਚੰਗੀ ਰੁੱਤ ਹੋਰ ਤੇ ਹੋ ਨਹੀਂ ਸਕਦੀ। ਪਰ ਸਤਿਗੁਰੂ ਕਹਿੰਦੇ ਨੇ ਜਿਸ ਦਿਨ ਅਕਾਲ ਪੁਰਖ ਵਾਹਿਗੁਰੂ ਸਾਨੂੰ ਭੁੱਲ ਜਾਂਦਾ ਹੈ, ਜਿਸ ਦਿਨ ਅਸੀਂ ਉਸ ਪਰਮਾਤਮਾ ਨੂੰ ਭੁੱਲ ਜਾਂਦੇ ਹਾਂ, ਚਾਹੇ ਉਹ ਕਿੰਨੀ ਵੀ ਰੁੱਤ ਕਿਉਂ ਨਾ ਹੋਵੇ, ਚਾਹੇ ਬਸੰਤ ਰੁੱਤ ਵੀ ਕਿਉਂ ਨਾ ਹੋਵੇ, ਤੇ ਉਹਨੂੰ ਵੀ ਸਤਿਗੁਰੂ ਕਹਿੰਦੇ ਨੇ ਫਿਟੇ ਮੂੰਹ ਹੈ, ਲੱਖ ਲਾਹਨਤ ਹੈ। ਇਹਦਾ ਮਤਲਬ ਇਹ ਹੈ ਕੋਈ ਵੀ ਰੁੱਤ ਚੰਗੀ ਜਾਂ ਮਾੜੀ ਨਹੀਂ ਹੈ, ਕੋਈ ਵੀ ਦਿਨ ਚੰਗਾ ਤੇ ਮਾੜਾ ਨਹੀਂ ਹੈ। ਜਿਸ ਦਿਨ ਮਨੁੱਖ ਵਾਹਿਗੁਰੂ ਦੇ ਸਿਮਰਨ ਦੇ ਵਿੱਚ ਜੁੜ ਜਾਵੇ ਤੇ ਵਾਹਿਗੁਰੂ ਦੀ ਸਿਫਤ ਸਲਾਹ ਦੇ ਨਾਲ ਜੁੜ ਜਾਵੇ, ਉਹੀ ਰੁੱਤ ਉਹੀ ਦਿਨ ਸਭ ਤੋਂ ਅੱਛਾ ਤੇ ਸੁਹਾਵਣਾ ਹੁੰਦਾ ਹੈ। ਮਹੱਲਾ ਪੰਜਵਾਂ। ਨਾਨਕ ਮਿਤਰਾ ਤਿਸ ਸਿਉ ਸਭ ਕਿਛ ਜਿਸ ਕੈ ਹਾਥ। ਲਓ ਹੁਣ ਸਤਿਗੁਰੂ ਦੇ ਚਰਨਾਂ ਵਿੱਚ ਗੁਰਸਿੱਖਾਂ ਨੇ ਬੇਨਤੀ ਕੀਤੀ, ਸੱਚੇ ਪਾਤਸ਼ਾਹ ਸਾਨੂੰ ਕਿਰਪਾ ਕਰਕੇ ਇਹ ਦੱਸੋ ਦੁਨੀਆ ਦੇ ਵਿੱਚ ਮਿੱਤਰਤਾ ਕਿਸ ਦੇ ਨਾਲ ਕਰਨੀ ਚਾਹੀਦੀ ਹੈ। ਕਿਉਂਕਿ ਹਰ ਮਨੁੱਖ ਦਾ ਇੱਕ ਆਪਣਾ ਸ਼ੌਕ ਵੀ ਹੁੰਦਾ ਹੈ ਤੇ ਕੁਛ ਲੋੜ ਵੀ ਹੁੰਦੀ ਹੈ। ਹਰ ਆਦਮੀ ਚਾਹੁੰਦਾ ਹੈ ਮੇਰੇ ਮਿੱਤਰ ਬਣਨ, ਮੇਰੇ ਦੋਸਤ ਹੋਣ। ਪਰ ਸਤਿਗੁਰੂ ਦੇ ਚਰਨਾਂ ਵਿੱਚ ਗੁਰਸਿੱਖਾਂ ਨੇ ਬੇਨਤੀ ਕੀਤੀ, ਮਹਾਰਾਜ ਅਸਲੀ ਮਿੱਤਰ ਹੈ ਕੌਣ? ਇੱਕ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਦਾ ਹੀ ਪਵਿੱਤਰ ਸ਼ਬਦ ਹੈ, ਕਉ ਜਾਣੈ
ਕਵਨ ਇਹਾਂ ਜਗ ਮੀਤ। ਬਈ ਕੋਈ ਇਸ ਗੱਲ ਨੂੰ ਜਾਣਦਾ ਹੈ ਇਸ ਦੁਨੀਆ ਦੇ ਵਿੱਚ ਅਸਲੀ ਮਿੱਤਰ ਕੌਣ ਹੈ। ਇਸ ਗੱਲ ਨੂੰ ਕੋਈ ਵਿਰਲਾ ਹੀ ਜਾਣਦਾ ਹੈ। ਜਿਸ ਹੋਏ ਕਿਰਪਾਲ ਸੋਈ ਬਿਧ ਬੁਝੈ ਤਾਕੀ ਨਿਰਮਲ ਰੀਤ। ਜਿਸ ਉਤੇ ਮੇਰਾ ਵਾਹਿਗੁਰੂ ਪ੍ਰਸੰਨ ਹੁੰਦਾ ਹੈ ਉਹੀ ਅਸਲੀ ਮਿੱਤਰ ਦੀ ਤਰਕੀਬ ਨੂੰ ਜਾਣ ਸਕਦਾ ਹੈ। ਤੇ ਫਿਰ ਉਹਦੀ ਨਿਸ਼ਾਨੀ ਕੀ ਹੈ? ਤਾਕੀ ਨਿਰਮਲ ਰੀਤ। ਉਹਦੇ ਜੀਵਨ ਦੀ ਰਹੁ ਰੀਤ, ਉਹਦੇ ਜੀਵਨ ਦਾ ਢੰਗ ਬਹੁਤ ਪਵਿੱਤਰ ਹੁੰਦਾ ਹੈ। ਸਤਿਗੁਰੂ ਦੇ ਚਰਨਾਂ ਵਿੱਚ ਕਿਸੇ ਗੁਰਸਿੱਖ ਨੇ ਆਖਿਆ, ਸੱਚੇ ਪਾਤਸ਼ਾਹ, ਮਾਤਾ ਪਿਤਾ ਮਨੁੱਖ ਨੂੰ ਜਨਮ ਦਿੰਦੇ ਹਨ, ਪਾਲਦੇ ਨੇ। ਇਸ ਲਈ ਮਾਤਾ ਪਿਤਾ ਸਾਡੇ ਅਸਲੀ ਮਿੱਤਰ ਹੁੰਦੇ ਨੇ, ਅਸਲੀ ਹਮਦਰਦ ਹੁੰਦੇ ਨੇ। ਉਹ ਬੱਚਿਆਂ ਨਾਲ ਦਿਲੋਂ ਪਿਆਰ ਕਰਦੇ ਨੇ। ਇਸ ਤੋਂ ਅੱਗੇ ਵਿਆਹ ਹੋ ਜਾਂਦਾ ਹੈ, ਘਰਵਾਲੀ ਆ ਜਾਂਦੀ ਹੈ, ਧੀਆਂ ਪੁੱਤਰ ਰਿਸ਼ਤੇਦਾਰ ਬਣ ਜਾਂਦੇ ਨੇ, ਉਹ ਵੀ ਸਾਡੇ ਮਿੱਤਰ ਹੁੰਦੇ ਨੇ। ਪਰ ਸਤਿਗੁਰੂ ਕਹਿੰਦੇ ਇਹ ਵੀ ਇੱਕ ਵੱਡਾ ਭੁਲੇਖਾ ਹੈ। ਹਜ਼ੂਰ ਨੇ ਇਹਨਾਂ ਚੀਜ਼ਾਂ ਬਾਰੇ ਬਾਣੀ ਵਿੱਚ ਸਪਸ਼ਟ ਕੀਤਾ ਹੈ। ਮਾਤ ਪਿਤਾ ਬੰਤਾ ਸੁਤ ਬੰਧਪ ਇਸ਼ਟ ਮੀਤ ਅਰ ਭਾਈ। ਪੂਰਵ ਜਨਮ ਕੇ ਮਿਲੇ ਸੰਜੋਗੀ ਅੰਤਹ ਕੋ ਨਾ ਸਹਾਈ। ਮਾਤਾ ਪਿਤਾ ਪੁੱਤਰ ਪਤਨੀ ਰਿਸ਼ਤੇਦਾਰ ਇਹ ਦੁਨਿਆਵੀ ਮਿੱਤਰ ਤਾਂ ਹੋ ਸਕਦੇ ਨੇ, ਪਰ ਇਹ ਸदैवी ਮਿੱਤਰ ਨਹੀਂ ਹੋ ਸਕਦੇ। ਕਈ ਵਾਰੀ ਦੁਨੀਆ ਦੇ ਵਿੱਚ ਹੀ ਤੋੜ ਵਿਛੋੜੇ ਹੋ ਜਾਂਦੇ ਨੇ, ਰੁਸੇਵੇਂ ਹੋ ਜਾਂਦੇ ਨੇ, ਤੇ ਪ੍ਰਲੋਕ ਦੇ ਵਿੱਚ ਤਾਂ ਫਿਰ ਕੋਈ ਵੀ ਨਾਲ ਨਹੀਂ ਨਿਭ ਸਕਦਾ। ਪੂਰਵ ਜਨਮ ਕੇ ਮਿਲੇ ਸੰਜੋਗੀ ਅੰਤਹ ਕੋ ਨਾ ਸਹਾਈ। ਫਿਰ ਸਤਿਗੁਰੂ ਦੇ ਪਾਸ ਸਿੱਖਾਂ ਨੇ ਆਖਿਆ, ਮਹਾਰਾਜ ਜਿਹੜੀ ਧਨ ਦੌਲਤ ਹੈ ਇਹ ਵੀ ਮਨੁੱਖ ਦਾ ਮਿੱਤਰ ਮੰਨੀ ਗਈ ਹੈ। ਪਰ ਸਤਿਗੁਰੂ ਕਹਿੰਦੇ ਨੇ ਇਹ ਵੀ ਇੱਕ ਭੁਲੇਖਾ ਹੈ। ਹਜ਼ੂਰ ਦੇ ਬਚਨ ਨੇ ਕਿ ਜਿਹੜੀਆਂ ਇਹ ਚੀਜ਼ਾਂ ਨੇ, ਮੁਕਤ ਮਾਲ ਕਨਕ ਲਾਲ ਹੀਰਾ ਮਨ ਰੰਜਨ ਕੀ ਮਾਇਆ। ਹਾ ਹਾ ਕਰਤ ਬਿਹਾਨੀ ਅਵਦੈ ਤਾਂ ਮੈਂ ਸੰਤੋਖ ਨਾ ਪਾਇਆ। ਮੋਤੀਆਂ ਦੀਆਂ ਮਾਲਾ, ਸੋਨਾ ਚਾਂਦੀ, ਹੀਰੇ ਜਵਾਹਰਾਤ, ਇਹ ਜਿਤਨੀ ਵੀ ਕੀਮਤੀ ਧਨ ਦੌਲਤ ਹੈ ਮਨ ਨੂੰ ਖੁਸ਼ ਤਾਂ ਜ਼ਰੂਰ ਕਰਦੀ ਹੈ, ਪਰ ਹਜ਼ੂਰ ਕਹਿੰਦੇ ਨੇ ਇਹਦੇ ਵਿੱਚ ਮਨੁੱਖ ਨੂੰ ਰੱਜ ਨਹੀਂ ਆਉਂਦਾ। ਹਾ ਹਾ ਕਰਤ ਬਿਹਾਨੀ ਅਵਦੈ, ਹਾਏ ਮਰ ਗਏ, ਹਾਏ ਮਰ ਗਏ। ਸਭ ਕੁਛ ਹੁੰਦਿਆਂ ਸੰਦਿਆਂ ਮਨੁੱਖ ਹਾਏ ਹਾਏ ਕਰਦਾ ਹੀ ਮਰ ਜਾਂਦਾ। ਮਾਇਆ ਨਾਲ ਕਿਸੇ ਨੂੰ ਸੰਤੋਖ ਨਹੀਂ ਮਿਲਿਆ, ਕਿਸੇ ਨੂੰ ਰੱਜ ਨਹੀਂ ਮਿਲਿਆ, ਇਸ ਲਈ ਇਹ ਵੀ ਸਾਡਾ ਮਿੱਤਰ ਨਹੀਂ ਹੈ। ਫਿਰ ਸੱਚੇ ਪਾਤਸ਼ਾਹ ਰਾਜਿਆਂ ਕੋਲੇ ਚਤਰੰਗਨੀ ਸੈਨਾ ਹੁੰਦੀ ਹੈ, ਉਹ ਉਹਨਾਂ ਦੀ ਰੱਖਿਆ ਕਰਦੀ ਹੈ, ਉਹ ਉਹਨਾਂ ਦਾ ਮਿੱਤਰ ਹੁੰਦੀ ਹੈ। ਪਰ ਸਤਿਗੁਰੂ ਕਹਿੰਦੇ ਇਹ ਵੀ ਇੱਕ ਉਹਨਾਂ ਲੋਕਾਂ ਨੂੰ ਭੁਲੇਖਾ ਹੈ। ਹਸਤ ਰਥ ਅਸਵ ਪਵਨ ਤੇਜ ਧਨੀ ਭੂਮਣ ਚਤਰੰਗਾ। ਸੰਗ ਨਾ ਚੱਲ ਇਨ ਮੈਂ ਕਛੂ ਹੈ ਊਠ ਸਦਾਇਓ ਨੰਗ। ਹਾਥੀਆਂ ਦੀ ਫੌਜ, ਘੋੜਿਆਂ ਦੀ ਫੌਜ, ਰਥਾਂ ਦੀ ਫੌਜ ਤੇ ਪੈਦਲ ਫੌਜ, 4 ਕਿਸਮ ਦੀ ਫੌਜ ਹੁੰਦੀ ਹੈ। ਪਰ ਸਤਿਗੁਰੂ ਕਹਿੰਦੇ ਨੇ ਇਹਨਾਂ ਵਿੱਚੋਂ ਵੀ ਕੋਈ ਅੱਗੇ ਸਾਡੇ ਨਾਲ ਨਹੀਂ ਜਾਂਦਾ। ਇਸ ਲਈ ਇਹ ਵੀ ਸਾਡਾ ਅਸਲੀ ਮਿੱਤਰ ਨਹੀਂ ਹੈ। ਅਸਲੀ ਮਿੱਤਰ ਫਿਰ ਕੌਣ ਨੇ? ਅਸਲੀ ਮਿੱਤਰ ਨੇ ਵਾਹਿਗੁਰੂ ਦੇ ਪਿਆਰੇ ਮਹਾਂਪੁਰਖ। ਹਰ ਕੇ ਸੰਤ ਪ੍ਰੇ ਪ੍ਰੀਤਮ ਪ੍ਰਭ ਕੀ ਤਾਂ ਕੈ ਹਰ ਹਰ ਗਾਈਐ। ਨਾਨਕ ਇਹਾਂ ਸੁਖ ਆਗੈ ਮੁਖ ਉਜਲ ਸੰਗ ਸੰਤਨ ਕੈ ਪਾਈਐ। ਮਹਾਂਪੁਰਖ ਅਸਲੀ ਮਿੱਤਰ ਹੁੰਦੇ ਨੇ, ਜਿਨ੍ਹਾਂ ਦਸੰਦਣਿਆਂ ਦੁਰਮਤ ਵੰਜਾ ਮਿੱਤਰ ਅਸਾਡੜੇ ਸਈ। ਹਉ ਢੂੰਡੇਂਦੀ ਜਗ ਸਬਾਇਆ ਜਨ ਨਾਨਕ ਵਿਰਲੇ ਕੀ। ਠੀਕ ਹੈ, ਸਾਡੇ ਸੰਤ ਮਿੱਤਰ ਹੁੰਦੇ ਨੇ, ਪਰ ਉਹਨਾਂ ਸੰਤਾਂ ਦਾ ਮਿੱਤਰ ਕੌਣ ਹੁੰਦਾ ਹੈ? ਉਹਦਾ ਜਵਾਬ ਸਤਿਗੁਰੂ ਮਹਾਰਾਜ ਨੇ ਇਸ ਸ਼ਲੋਕ ਵਿੱਚ ਦਿੱਤਾ ਹੈ। ਨਾਨਕ ਮਿਤਰਾਈ ਤੈਸਿਉ ਸਭ ਕਿਛ ਜਿਸ ਕੈ ਹਾਥ। ਸਤਿਗੁਰੂ ਕਹਿੰਦੇ ਨੇ ਭਾਈ ਸੰਤਾਂ ਦੀ ਮਿੱਤਰਤਾ, ਸਾਡੀ ਮਿੱਤਰਤਾ ਉਸ ਦੇ ਨਾਲ ਹੈ। ਸਭ ਕੁਛ ਜਿਸ ਕੈ ਹਾਥ,
ਜਿਸ ਦੇ ਹੱਥ ਵਿੱਚ ਸਭ ਕੁਝ ਹੈ। ਭਾਵ ਉਹ ਅਕਾਲ ਪੁਰਖ ਵਾਹਿਗੁਰੂ ਜੀ ਦੇ ਹੁਕਮ ਤੋਂ ਬਿਨਾਂ ਪੱਤਾ ਨਹੀਂ ਹਿਲ ਸਕਦਾ। ਜਾ ਕਾ ਮੀਤ ਸਾਜਨ ਹੈ ਸਮੀਆਂ, ਤਿਸ ਜਨ ਕਹੋ ਕਾਕੀ ਕਮੀਆਂ। ਉਹ ਵਾਹਿਗੁਰੂ ਅਸਲੀ ਮਿੱਤਰ ਹੈ। ਸਾਡੀ ਮਿੱਤਰਤਾ ਉਸੇ ਦੇ ਨਾਲ ਹੋਣੀ ਚਾਹੀਦੀ ਹੈ। ਭਗਤ ਕਬੀਰ ਜੀ ਨੇ ਵੀ ਬੜਾ ਸੁੰਦਰ ਲਿਖਿਆ ਹੈ। ਉਹ ਲਿਖਦੇ ਨੇ ਬਈ ਦੁਨੀਆ ਦੇ ਵਿੱਚ ਬਹੁਤ ਸਾਰੇ ਇਹੋ ਜਿਹੇ ਲੋਕ ਨੇ ਜਿਹੜੇ ਰੱਬ ਦੀ ਭਾਲ ਵਾਸਤੇ ਨਿਕਲਦੇ ਨੇ, ਪਰ ਉਹਨਾਂ ਨੂੰ ਰੱਬ ਮਿਲਦਾ ਨਹੀਂ। ਚਾਲੇ ਥੇ ਹਰ ਮਿਲਣ ਕੋ ਬੀਚਾ ਅਟਕਿਓ ਚੀਤ। ਉਹਨਾਂ ਦਾ ਕਿਸੇ ਹੋਰ ਪਾਸੇ ਪਿਆਰ ਪੈ ਜਾਂਦਾ ਹੈ। ਕੋਈ ਮਾਇਆ ਦੇ ਵਿੱਚ, ਕੋਈ ਰਿਧੀਆਂ ਸਿਧੀਆਂ ਦੇ ਜਾਲ ਵਿੱਚ, ਕੋਈ ਸਿੱਖੀ ਸੇਵਕੀ ਦੁਨੀਆ ਦੀ ਵਡਿਆਈ ਵਿੱਚ ਫਸ ਕੇ ਰਹਿ ਜਾਂਦਾ ਹੈ। ਪਰ ਹਜ਼ੂਰ ਕਹਿੰਦੇ ਨੇ ਵੀ ਸਾਡੀ ਤੇ ਮਿੱਤਰਤਾ ਉਸ ਦੇ ਨਾਲ ਹੈ ਜਿਸ ਦੇ ਹੱਥ ਵਿੱਚ ਸਭ ਕੁਝ ਹੈ। ਹੁਕਮੈ ਅੰਦਰ ਸਭ ਕੋ, ਬਾਹਰ ਹੁਕਮ ਨਾ ਕੋਈ। ਨਾਨਕ ਹੁਕਮੈ ਜੇ ਬੁਝੈ, ਤਾਂ ਹਉਮੈ ਕਹਿ ਨਾ ਕੋਈ। ਭਾਵ ਅਸਲੀ ਸੱਚਾ ਮਿੱਤਰ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਹੈ, ਜਿਹਦੇ ਹੱਥ ਵਿੱਚ ਸਭ ਕੁਝ ਹੈ। ਕਾਰਨ ਪ੍ਰਭ ਏਕ ਹੈ, ਦੂਸਰ ਨਾਹੀ ਕੋਈ। ਨਾਨਕ ਤਿਸ ਬਲਿਹਾਰਨੈ, ਜਲ ਥਲ ਮਹੀਅਲ ਸੋਈ। ਜੋ ਸਭ ਕੁਝ ਕਰਨ ਕਰਾਉਣ ਵਾਲਾ ਹੈ, ਬਿਨਾਂ ਹੁਕਮ ਨਾ ਝੁੱਲੇ ਪਾਤਾ, ਸੋ ਹੋਵੇ ਜੋ ਕਰੇ ਵਿਧਾਤਾ। ਸਾਡੀ ਤੇ ਮਿੱਤਰਤਾ ਉਸ ਅਕਾਲ ਪੁਰਖ ਦੇ ਨਾਲ ਹੈ ਜਿਹਦੇ ਹੱਥ ਵਿੱਚ ਸਭ ਕੁਝ ਹੈ। ਕੁਮਿਤਰਾ ਸੇ ਕਾਂਡਿਆ ਹੈ, ਇੱਕ ਵਿਖ ਨਾ ਚਲ ਹੈ ਸਾਥ। ਲੋ ਹਜ਼ੂਰ ਕਹਿੰਦੇ ਨੇ ਕੁਮਿਤਰਾ ਦਾ ਅਰਥ ਖੋਟੇ ਮਿੱਤਰ, ਧੋਖੇਬਾਜ਼ ਮਿੱਤਰ, ਝੂਠੇ ਮਿੱਤਰ ਉਹ ਆਖੀਦੇ ਨੇ ਜਦੋਂ ਅੰਦਾ ਸਮਾਂ ਆਉਂਦਾ ਹੈ, ਕੋਈ ਮੁਸ਼ਕਲ ਦਾ ਮੁਸੀਬਤ ਦਾ ਸਮਾਂ ਆਉਂਦਾ ਹੈ, ਇੱਕ ਵਿਖ ਨਾ ਚੱਲਹਿ ਸਾਥ। ਵਿਖ ਦਾ ਅਰਥ ਹੈ ਕਦਮ। ਉਹ ਇੱਕ ਕਦਮ ਵੀ ਸਾਡੇ ਨਾਲ ਨਹੀਂ ਚੱਲਦੇ। ਉਹ ਖੋਟੇ ਮਿੱਤਰ ਨੇ। ਜਿਵੇਂ ਆਪਾਂ ਪਹਿਲਾਂ ਵੀ ਵਿਚਾਰ ਕਰ ਚੁੱਕੇ ਹਾਂ, ਮਾਤਾ ਪਿਤਾ ਪੁੱਤਰ ਸੰਬੰਧੀ ਜਦੋਂ ਮਨੁੱਖ ਪਰਲੋਕ ਦਾ ਸਫ਼ਰ ਤੈਅ ਕਰਦਾ ਹੈ, ਇੱਕ ਕਦਮ ਵੀ ਕੋਈ ਨਾਲ ਨਹੀਂ ਤੁਰਦਾ। ਕੋਈ ਮਰੇ ਨਾ ਮੋਇਆ ਨਾਲੇ। ਮਾਇਆ ਹੈ, ਧਨ ਦੌਲਤ ਹੈ, ਉਹ ਵੀ ਕਿਸੇ ਦੇ ਨਾਲ ਨਹੀਂ ਜਾਂਦੀ। ਫੌਜਾਂ ਨੇ, ਹਾਥੀ ਘੋੜੇ ਨੇ, ਉਹ ਵੀ ਕਿਸੇ ਦੇ ਨਾਲ ਨਹੀਂ ਜਾਂਦੇ। ਇਸ ਲਈ ਜਿਨ੍ਹਾਂ ਨੂੰ ਇਹ ਮਨੁੱਖ ਆਪਣਾ ਮਿੱਤਰ ਬਣਾਈ ਬੈਠਾ ਹੈ, ਇਹ ਸਾਰੇ ਹੀ ਧੋਖੇਬਾਜ਼ ਨੇ, ਵਿਸ਼ਵਾਸਘਾਤ ਕਰਨ ਵਾਲੇ ਨੇ। ਇਹਨਾਂ ਵਿੱਚੋਂ ਇੱਕ ਕਦੋਂ ਵੀ ਕੋਈ ਨਾਲ ਚੱਲਣ ਵਾਲਾ ਨਹੀਂ ਹੈ। ਪੌੜੀ ਅੰਮ੍ਰਿਤ ਨਾਮ ਨਿਧਾਨ ਹੈ, ਮਿਲ ਪੀਵੋ ਪਾਈ। ਲਓ ਹੁਣ ਪੌੜੀ ਵਿੱਚ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਸਾਨੂੰ ਪਾਵਨ ਪਵਿੱਤਰ ਉਪਦੇਸ਼ ਬਖਸ਼ਿਸ਼ ਕਰਦੇ ਹਨ। ਗੁਰਮੁਖੋ, ਅਕਾਲ ਪੁਰਖ ਵਾਹਿਗੁਰੂ ਦਾ ਨਾਮ ਹੀ ਇੱਕ ਅੰਮ੍ਰਿਤ ਦਾ ਖਜ਼ਾਨਾ ਹੈ। ਮਿਲ ਪੀਵੋ ਭਾਈ। ਗੁਰਮੁਖੋ, ਤੁਸੀਂ ਆਪਸ ਵਿੱਚ ਮਿਲ ਕੇ ਉਸ ਅੰਮ੍ਰਿਤ ਨਾਮ ਨੂੰ ਪੀਓ, ਕਿਉਂਕਿ ਵਾਹਿਗੁਰੂ ਦਾ ਨਾਮ ਇੱਕ ਅੰਮ੍ਰਿਤ ਰਸ ਹੈ। ਵਿਖੇ ਬਨ ਫੀਕਾ ਤਿਆਗਰੀ ਸਖੀਏ, ਨਾਮ ਮਹਾਰਸ ਪੀਓ। ਬਿਨ ਰਸ ਚਾਖੇ ਬੁੱਢ ਗਈ ਸਗਲੀ, ਸੁਖੀ ਨਾ ਹੋਵਤ ਜੀਓ। ਵਾਹਿਗੁਰੂ ਦਾ ਨਾਮ ਅੰਮ੍ਰਿਤ ਦਾ ਖਜ਼ਾਨਾ ਹੈ। ਭਰਾਵੋ, ਤੁਸੀਂ ਸਾਰੇ ਮਿਲ ਕੇ ਪੀਓ। ਇਹਦਾ ਮਤਲਬ ਇਹ ਹੈ ਤੁਸੀਂ ਸਤਸੰਗਤ ਦੇ ਵਿੱਚ ਇਕੱਠੇ ਹੋ ਕੇ ਵਾਹਿਗੁਰੂ ਦਾ ਸਿਮਰਨ ਕਰਿਆ ਕਰੋ। ਜੇ ਘਰ ਦੇ ਵਿੱਚ ਹੋਵੋ ਤੇ ਪਰਿਵਾਰ ਦੇ ਨਾਲ ਮਿਲ ਕੇ ਸਾਰੇ ਇਕੱਠੇ ਬੈਠ ਕੇ ਸਿਮਰਨ ਕਰਿਆ ਕਰੋ। ਜਮਾਤ ਕਰਾਮਾਤ ਹੁੰਦੀ ਹੈ। ਇਸੇ ਲਈ ਸਤਿਗੁਰੂ ਕਹਿੰਦੇ ਨੇ ਇਹ ਅੰਮ੍ਰਿਤ ਨਾਮ ਦਾ ਖਜ਼ਾਨਾ ਸਾਰੇ ਮਿਲ ਕੇ ਪੀਆ ਕਰੋ। ਭਾਵ ਸਾਰੇ ਮਿਲ ਕੇ ਵਾਹਿਗੁਰੂ ਦਾ ਨਾਮ ਜਪਿਆ ਕਰੋ। ਜਿਸ ਸਿਮਰਤ ਸੁਖ ਪਾਈਐ, ਸਭ ਤਿਖਾ ਬੁਝਾਈ। ਲੋ ਹਜ਼ੂਰ ਕਹਿੰਦੇ ਨੇ ਵਾਹਿਗੁਰੂ ਦੇ ਨਾਮ ਅੰਮ੍ਰਿਤ ਦਾ ਖਜ਼ਾਨਾ ਐਸਾ ਅਮੋਲਕ ਹੈ, ਜਿਸ ਸਿਮਰਤ ਸੁਖ ਪਾਈਐ। ਜਿਸ ਵਾਹਿਗੁਰੂ ਦੇ ਸਿਮਰਨ ਕਰਕੇ ਸदैवी ਸੁਖ ਪ੍ਰਾਪਤ ਕਰ ਲਈਦਾ। ਸਿਮਰੋ ਸਿਮਰ ਸਿਮਰ ਸੁਖ ਪਾਵੋ, ਕਲ ਕਲੇਸ਼ ਤਨ ਮਾਹੇ ਮਿਟਾਵੋ। ਹਾਲਤ ਸੁਖ ਪਾਲਤ ਸੁਖ ਨਿਤ ਸੁਖ ਸਿਮਰਨੋ,
ਨਾਮ ਗੋਬਿੰਦ ਕਾ ਸਦਾ ਲੀਜੈ। ਜਿਸ ਅੰਮ੍ਰਿਤ ਨਾਮ ਦਾ ਸਿਮਰਨ ਕਰਕੇ ਆਤਮਿਕ ਸੁਖ ਪ੍ਰਾਪਤ ਕਰ ਲਈਦਾ ਹੈ, ਸਭ ਤਿਖਾ ਬੁਝਾਈ ਤੇ ਨਾਲ ਸਾਰੀ ਜਿਹੜੀ ਮਨ ਦੀ ਪਿਆਸ ਹੈ ਉਹ ਵੀ ਬੁੱਝ ਜਾਂਦੀ ਹੈ। ਕਿਉਂਕਿ ਸਤਿਗੁਰੂ ਨੇ ਬਾਣੀ ਵਿੱਚ ਇੱਕ ਬੜੀ ਸੁੰਦਰ ਗੱਲ ਸਮਝਾਈ ਹੈ। ਅੱਗ ਹੈ, ਜੇ ਅੱਗ ਨੂੰ ਆਪਾਂ ਮਿੱਟੀ ਦਾ ਤੇਲ ਪੈਟਰੋਲ ਪਾ ਕੇ ਬੁਝਾਉਣਾ ਚਾਹੀਏ ਕਦੀ ਨਹੀਂ ਬੁਝ ਸਕਦੀ। ਜੇ ਅੱਗ ਨੂੰ ਬੁਝਾਉਣਾ ਹੈ ਫਿਰ ਪਾਣੀ ਪਾਉਣਾ ਪੈਂਦਾ। ਇਸੇ ਤਰ੍ਹਾਂ ਜਿਹੜਾ ਮਨੁੱਖ ਹੈ ਉਹ ਆਪਣੇ ਅੰਦਰਲੀ ਤ੍ਰਿਸ਼ਨਾ ਦੀ ਅੱਗ ਨੂੰ ਬੁਝਾਉਣ ਵਾਸਤੇ ਇਹ ਪਦਾਰਥਾਂ ਦਾ, ਮਾਇਆ ਦਾ ਡੀਜ਼ਲ ਪੈਟਰੋਲ ਛਿੜਕੀ ਜਾਂਦਾ ਬਈ ਸ਼ਾਇਦ ਪਦਾਰਥਾਂ ਨਾਲ, ਧਨ ਦੌਲਤ ਨਾਲ ਮੈਨੂੰ ਰੱਜ ਆ ਜਾਵੇ। ਪਰ ਹਜ਼ੂਰ ਦੇ ਬਚਨ ਨੇ, ਵਿਖਿਆ ਮੈਂ ਕਿਨਹੀ ਤ੍ਰਿਪਤ ਨ ਪਾਈ, ਜਿਉ ਪਾਵਕ ਈਂਧਨ ਨਹੀਂ ਧਰਾਪੈ, ਬਿਨ ਹਰ ਕਹਾਂ ਅਗਾਈ। ਆਤਸ਼ ਦੁਨੀਆ ਖੁਨਕ ਨਾਮ ਖੁਦਾਇਆ। ਦੁਨੀਆ ਤੇ ਅੱਗ ਹੈ ਤੇ ਜੇ ਤੁਸੀਂ ਸ਼ਾਂਤੀ ਭਾਲਦੇ ਹੋ ਤੇ ਫਿਰ ਵਾਹਿਗੁਰੂ ਦਾ ਨਾਮ, ਖੁਨਕ ਦਾ ਅਰਥ ਹੈ ਇਹ ਠੰਡਾ ਜਲ ਹੈ। ਬਲ ਤੋਂ ਜਲ ਤੋਂ ਤੌਕਿਆ ਗੁਰ ਚੰਦਨ ਸੀਤ ਲਾਇਓ। ਕੁਝ ਸੜਦੇ ਬਲਦੇ ਸੰਸਾਰ ਨੂੰ ਸ਼ਾਂਤ ਕਰਨ ਵਾਸਤੇ ਧੰਨ ਗੁਰੂ ਨਾਨਕ ਦੇਵ ਮਹਾਰਾਜ ਨੇ ਚੰਦਨ ਛਿੜਕਿਆ ਹੈ, ਇਹ ਨਾਮ ਦਾ ਚੰਦਨ। ਜਿਸ ਸਿਮਰਤ ਸੁਖ ਪਾਈਆ ਸਭ ਤਿਖਾ ਬੁਝਾਈ। ਜਿਸ ਵਾਹਿਗੁਰੂ ਨਾਮ ਦਾ ਸਿਮਰਨ ਕਰਕੇ ਆਤਮਿਕ ਸੁਖ ਪ੍ਰਾਪਤ ਕਰ ਲਈਦਾ ਹੈ ਤੇ ਨਾਲ ਸਾਰੀ ਮਨ ਦੀ ਪਿਆਸ, ਤ੍ਰਿਸ਼ਨਾ ਦੀ ਤ੍ਰਿਖਾ ਵੀ ਬੁੱਝ ਜਾਂਦੀ ਹੈ। ਕਰ ਸੇਵਾ ਪਰ ਬ੍ਰਹਮ ਗੁਰ, ਭੁੱਖ ਰਹਿ ਨਾ ਕਾਈ। ਲੋ ਹਜ਼ੂਰ ਕਹਿੰਦੇ ਨੇ ਭਾਈ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਪਾਰ ਬ੍ਰਹਮ ਦਾ ਸਰੂਪ ਨੇ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਆਪ ਰੱਬ ਨੇ। ਆਪ ਨਾਰਾਇਣ ਕਲਾ ਧਾਰ ਜਗ ਮੈਂ ਪਰਵਰਿਓ, ਨਿਰੰਕਾਰ ਆਕਾਰ ਜੋਤ ਜਗ ਮੰਡਲ ਕਰਿਓ। ਸਤਿਗੁਰੂ ਨੂੰ ਪਾਰ ਬ੍ਰਹਮ ਦਾ ਸਰੂਪ ਜਾਣ ਕੇ ਕਰ ਸੇਵਾ, ਭਾਈ ਉਹਨਾਂ ਦੀ ਸੇਵਾ ਕਰੋ। ਜਦੋਂ ਤੁਸੀਂ ਸਤਿਗੁਰੂ ਮਹਾਰਾਜ ਨੂੰ ਰੱਬ ਰੂਪ ਜਾਣ ਕੇ ਉਹਨਾਂ ਦੀ ਸੇਵਾ ਟਹਿਲ ਭਗਤੀ ਕਰੋਗੇ, ਭੁੱਖ ਰਹਿ ਨਾ ਕਾਈ, ਫਿਰ ਤੁਹਾਡੇ ਮਨ ਦੇ ਵਿੱਚ ਕੋਈ ਭੁੱਖ ਨਹੀਂ ਰਹੇਗੀ। ਇਹਦਾ ਮਤਲਬ ਇਹ ਹੈ ਗੁਰੂ ਮਹਾਰਾਜ ਦੀ ਸੇਵਾ ਕਰਕੇ ਤੁਹਾਡੀਆਂ ਸਭ ਭੁੱਖਾਂ ਦੂਰ ਹੋਣਗੀਆਂ। ਭਾਵ ਤੁਹਾਡੀਆਂ ਸਾਰੀਆਂ ਲੋੜਾਂ ਸਤਿਗੁਰੂ ਮਹਾਰਾਜ ਪੂਰੀਆਂ ਕਰ ਦੇਣਗੇ ਤੇ ਤੁਹਾਡੇ ਮਨ ਨੂੰ ਪੂਰਨ ਸੰਤੁਸ਼ਟੀ ਪ੍ਰਾਪਤ ਹੋ ਜਾਵੇਗੀ। ਸਗਲ ਮਨੋਰਥ ਪੁੰਨਿਆ ਅਮਰਾ ਪਦ ਪਾਈ। ਲੋ ਹਜ਼ੂਰ ਕਹਿੰਦੇ ਸਤਿਗੁਰੂ ਦੀ ਸੇਵਾ ਕਰਕੇ ਤੇ ਪ੍ਰਭੂ ਦਾ ਸਿਮਰਨ ਕਰਕੇ ਸਗਲ ਮਨੋਰਥ ਪੁੰਨਿਆ। ਸਾਡੇ ਤਾਂ ਸਾਰੇ ਮਨੋਰਥ ਪੁੰਨਿਆਂ ਦਾ ਅਰਥ ਪੂਰੇ ਹੋ ਗਏ ਹਨ। ਅਮਰਾ ਪਦ ਪਾਈ ਤੇ ਨਾਲ ਹੀ ਅਸੀਂ ਜਿਹੜੀ ਅਮਰ ਪਦਵੀ ਹੈ, ਮੌਤ ਤੋਂ ਰਹਿਤ, ਜਿੱਥੇ ਮੌਤ ਨਹੀਂ ਵਾਪਰ ਸਕਦੀ, ਤੇ ਅਸੀਂ ਉਹ ਅਮਰ ਪਦਵੀ ਵੀ ਪ੍ਰਾਪਤ ਕਰ ਲਈ ਹੈ। ਭਾਵ ਅਮਰ ਪਦਵੀ ਤੋਂ ਮੁਰਾਦ ਹੈ ਕੇਵਲ ਮੁਕਤੀ ਦੀ। ਉਹ ਕੇਵਲ ਮੁਕਤੀ ਦਾ ਸਰੂਪ ਹਜ਼ੂਰ ਨੇ ਬਾਣੀ ਵਿੱਚ ਲਿਖਿਆ ਹੈ। ਸੂਰਜ ਕਿਰਨ ਮਿਲੇ, ਜਲ ਕਾ ਜਲ ਹੁਆ ਰਾਮ, ਜੋਤੀ ਜੋਤ ਰਲੀ ਸੰਪੂਰਨ ਥੀਆ ਰਾਮ। ਜਿਹੜੀ ਨਦੀ ਸਾਗਰ ਵਿੱਚ ਰਲ ਗਈ ਉਹਨੂੰ ਅਮਰ ਪਦਵੀ ਪ੍ਰਾਪਤ ਹੋ ਜਾਂਦੀ ਹੈ। ਜਿਹੜੀ ਨਦੀ ਮਾਰੂ ਥਲ ਵੱਲ ਚਲੀ ਗਈ ਉਹ ਉੱਥੇ ਖਤਮ ਹੋ ਜਾਂਦੀ ਹੈ। ਇਸ ਲਈ ਜਿਹੜਾ ਮਨੁੱਖ ਵਾਹਿਗੁਰੂ ਦੇ ਸਿਮਰਨ ਦੇ ਵਿੱਚ ਲੱਗ ਗਿਆ ਉਹ ਅਮਰ ਪਦਵੀ ਨੂੰ ਪ੍ਰਾਪਤ ਕਰ ਲੈਂਦਾ ਹੈ। ਜਿਹੜਾ ਪਦਾਰਥਾਂ ਦੇ, ਮਾਇਆ ਦੇ ਮਾਰੂ ਥਲ ਵਿੱਚ ਰੁਲ ਗਿਆ ਉਹ ਉੱਥੇ ਹੀ ਖਤਮ ਹੋ ਜਾਂਦਾ ਹੈ। ਇਸੇ ਲਈ ਹਜ਼ੂਰ ਕਹਿੰਦੇ ਨੇ ਸਤਿਗੁਰੂ ਦੀ ਸੇਵਾ ਤੇ ਪ੍ਰਭੂ ਦਾ ਸਿਮਰਨ ਕਰਕੇ ਤੇ ਅਸਾਂ ਅਮਰ ਪਦਵੀ ਨੂੰ ਵੀ ਪ੍ਰਾਪਤ ਕਰ ਲਿਆ ਹੈ। ਤੁਧ ਜੇਵੜ ਤੂੰ ਹੈ ਪਾਰ ਬ੍ਰਹਮ, ਨਾਨਕ ਸਰਨਾਈ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਅਖੀਰ ਤੇ ਅਕਾਲ ਪੁਰਖ ਵਾਹਿਗੁਰੂ ਦੀ ਸਿਫਤ ਸਲਾਹ ਕਰਦੇ ਹਨ। ਹੇ ਪਾਰ ਬ੍ਰਹਮ, ਹੇ ਅਕਾਲ ਪੁਰਖ ਵਾਹਿਗੁਰੂ, ਤੇਰੇ ਜਿੱਡਾ ਵੱਡਾ ਤੂੰ ਹੀ ਹੈ। ਭਾਵ ਤੇਰੇ ਜਿੱਡਾ ਵੱਡਾ ਹੋਰ ਕੋਈ ਹੈ ਹੀ ਨਹੀਂ। ਜਿਤਨਾ ਵੱਡਾ ਤੂੰ ਆਪ ਹੈ ਉਹ ਤੂੰ ਆਪ ਹੀ ਹੋ ਸਕਦਾ ਹੈ, ਹੋਰ ਕੋਈ ਨਹੀਂ। ਨਾਨਕ ਸਰਨਾਈ। ਇਸੇ ਲਈ ਧੰਨ ਗੁਰੂ ਨਾਨਕ ਦੇਵ ਮਹਾਰਾਜ, ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਕਿ ਅਸੀਂ ਤੇਰੀ ਸ਼ਰਨ ਦੇ ਵਿੱਚ ਹਾਂ।
ਇੱਕ ਗੱਲ ਹਰ ਗੁਰਸਿੱਖ ਮਾਈ ਭਾਈ ਨੂੰ ਸਮਝ ਲੈਣੀ ਚਾਹੀਦੀ ਹੈ, ਭਾਵੇਂ ਇਹ ਵਾਰ ਮਹੱਲੇ ਪੰਜਵੇਂ ਦੀ ਹੈ, ਕਿਸੇ ਵੀ ਸਤਿਗੁਰੂ ਸਾਹਿਬਾਨ ਦੀ ਬਾਣੀ ਹੈ, ਪਰ ਉਹਦੇ ਵਿੱਚ ਮੋਹਰ ਨਾਨਕ ਨਾਮ ਦੀ ਹੀ ਲੱਗੀ ਹੋਈ ਹੈ, ਕਿਉਂਕਿ ਸਾਡੇ ਗੁਰੂ ਇੱਕ ਨੇ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜਗਤ ਗੁਰੂ ਨੇ। ਠੀਕ ਹੈ, ਉਹਨਾਂ ਨੇ ਅੱਗੇ 10 ਜਾਮੇ ਜ਼ਰੂਰ ਧਾਰਨ ਕੀਤੇ, ਪਰ ਗੁਰੂ ਜੋਤ ਉਹੀ ਇੱਕ ਵਰਤਦੀ ਰਹੀ। ਜੋਤ ਉਹਾ ਜੁਗਤ ਸਾਏ, ਸਹਿ ਕਾਇਆ ਫੇਰ ਪਲਟੀਏ। ਭਾਵੇਂ ਠੀਕ ਹੈ ਆਮ ਦੁਨੀਆ ਦੇ ਵਿੱਚ ਇਹ ਵਰਤਾਰਾ ਵਰਤ ਰਿਹਾ ਹੈ ਬਈ ਸਾਡੇ ਸਿੱਖਾਂ ਦੇ ਪਹਿਲੇ ਗੁਰੂ, ਦੂਜੇ ਗੁਰੂ, ਤੀਜੇ ਗੁਰੂ, ਪਰ ਉਹ ਗੁਰੂ ਦੇ ਸਰੀਰ ਨੇ, ਸਰੀਰਾਂ ਦੀ ਗਿਣਤੀ ਹੈ, ਕੋਈ ਗੁਰੂਆਂ ਦੀ ਗਿਣਤੀ ਨਹੀਂ ਹੈ। ਗੁਰੂ ਇੱਕੋ ਹੀ ਹੈ। ਇਸੇ ਲਈ ਸਤਿਗੁਰੂ ਮਹਾਰਾਜ ਨੇ ਚਾਹੇ ਪਹਿਲੇ ਪਾਤਸ਼ਾਹ ਗੁਰੂ ਨਾਨਕ ਸਾਹਿਬ ਦੀ ਬਾਣੀ ਹੈ, ਚਾਹੇ ਦੂਜੇ, ਤੀਜੇ, ਚੌਥੇ ਸਤਿਗੁਰੂ ਦੀ, ਤੇ ਚਾਹੇ ਹੁਣ ਪੰਜਵੇਂ ਗੁਰੂ ਦੀ ਹੈ, ਅੱਗੇ 9ਵੇਂ ਸਤਿਗੁਰੂ ਦੀ ਵੀ ਆਵੇਗੀ, ਪਰ ਮੋਹਰ ਨਾਨਕ ਨਾਮ ਦੀ ਹੈ, ਕਿਉਂਕਿ ਗੁਰੂ ਜੋਤ ਸਾਰਿਆਂ ਵਿੱਚ ਉਹੀ ਹੈ, ਗੁਰੂ ਨਾਨਕ ਦੀ। ਇਸੇ ਲਈ ਹਜ਼ੂਰ ਕਹਿੰਦੇ ਨੇ ਤੁਧ ਜੇਵੜ ਤੂੰ ਹੈ ਪਾਰ ਬ੍ਰਹਮ ਨਾਨਕ ਸਰਨਾਈ। ਵੀ ਹੁਣ ਗੁਰੂ ਨਾਨਕ ਸਾਹਿਬ ਅੰਦਰ ਬੈਠੇ ਨੇ ਗੁਰੂ ਅਰਜਨ ਦੇਵ ਮਹਾਰਾਜ ਦੇ ਵਿੱਚ, ਇਸ ਲਈ ਉਹੀ ਕਹਿ ਰਹੇ ਨੇ ਤੁਧ ਜੇਵੜ ਤੂੰ ਹੈ ਪਾਰ ਬ੍ਰਹਮ। ਹੇ ਵਾਹਿਗੁਰੂ, ਤੇਰੇ ਜਿੱਡਾ ਵੱਡਾ ਤੂੰ ਹੀ ਆਪ ਹੈ, ਤੇਰੇ ਜਿੱਡਾ ਵੱਡਾ ਹੋਰ ਕੋਈ ਨਹੀਂ ਹੋ ਸਕਦਾ। ਨਾਨਕ ਸਰਨਾਈ, ਇਸੇ ਲਈ ਮੈਂ ਤੇਰੀ ਸ਼ਰਨ ਵਿੱਚ ਪਿਆ ਰਹਿਣਾ ਹਾਂ। ਸ਼ਲੋਕ ਮਹੱਲਾ ਪੰਜਵਾਂ। ਡਿਠੜੋ ਹਬ ਠਾਏ, ਊਨ ਨਾ ਕਾਈ ਜਾਏ। ਲਓ ਹੁਣ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਚੌਥੇ ਸ਼ਲੋਕ ਦੇ ਵਿੱਚ ਪਾਵਨ ਪਵਿੱਤਰ ਉਪਦੇਸ਼ ਬਖਸ਼ਿਸ਼ ਕਰਦੇ ਹਨ। ਸਤਿਗੁਰੂ ਦੇ ਚਰਨਾਂ ਵਿੱਚ ਗੁਰਸਿੱਖਾਂ ਨੇ ਸਵਾਲ ਕੀਤਾ, ਸੱਚੇ ਪਾਤਸ਼ਾਹ ਪਹਿਲੀ ਗੱਲ ਸਾਨੂੰ ਇਹ ਦੱਸੋ, ਉਹ ਅਕਾਲ ਪੁਰਖ ਵਾਹਿਗੁਰੂ ਕਿੱਥੇ ਹੈ? ਦੂਸਰੀ ਗੱਲ ਇਹ ਬਈ ਸਾਨੂੰ ਆਪਣੇ ਜੀਵਨ ਦਾ ਅਸਲੀ ਆਨੰਦ ਕਿਵੇਂ ਪ੍ਰਾਪਤ ਹੋ ਸਕਦਾ ਹੈ? ਲਓ ਇਹਨਾਂ ਦੋਨਾਂ ਸਵਾਲਾਂ ਦਾ ਜਵਾਬ ਸਤਿਗੁਰੂ ਮਹਾਰਾਜ ਇਹ ਚੌਥੇ ਸ਼ਲੋਕ ਵਿੱਚ ਬਖਸ਼ਿਸ਼ ਕਰਦੇ ਹਨ। ਡਿਠੜੋ ਹਬ ਠਾਏ, ਊਣ ਨਾ ਕਾਈ ਜਾਏ। ਗੁਰਮੁਖੋ ਹਬ ਠਾਏ, ਅਸੀਂ ਤਾਂ ਸਭ ਥਾਵਾਂ ਵੇਖੀਆਂ ਨੇ। ਡਿਠੜੋ ਦਾ ਅਰਥ ਹੁੰਦਾ ਦੇਖਣਾ। ਅਸੀਂ ਤੇ ਸਭ ਥਾਵਾਂ ਵੇਖੀਆਂ ਨੇ। ਊਣ ਨਾ ਕਾਈ ਜਾਏ, ਪਰ ਕੋਈ ਐਸੀ ਜਗ੍ਹਾ ਨਹੀਂ ਜਿੱਥੇ ਅਕਾਲ ਪੁਰਖ ਵਾਹਿਗੁਰੂ ਨਹੀਂ ਹੈ। ਤਿਸ ਤੇ ਪੈਨ ਨਹੀਂ ਕੋ ਠਾਓ, ਗੁਰ ਪ੍ਰਸਾਦ ਨਾਨਕ ਸੁਖ ਪਾਓ। ਅਸੀਂ ਤੇ ਸਭ ਥਾਵਾਂ ਨੂੰ ਭਾਲ ਕੇ ਦੇਖ ਲਿਆ ਹੈ, ਜੰਗਲਾਂ ਨੂੰ, ਪਹਾੜਾਂ ਨੂੰ, ਦਰਿਆਵਾਂ ਨੂੰ, ਆਕਾਸ਼ਾਂ ਨੂੰ, ਧਰਤੀਆਂ ਨੂੰ, ਪਾਤਾਲਾਂ ਨੂੰ, ਪਰ ਸਾਨੂੰ ਤੇ ਕੋਈ ਇਹੋ ਜਿਹੀ ਜਗ੍ਹਾ ਨਜ਼ਰ ਨਹੀਂ ਆਈ ਜਿੱਥੇ ਅਕਾਲ ਪੁਰਖ ਵਾਹਿਗੁਰੂ ਨਹੀਂ ਹੈ। ਇਹਦਾ ਮਤਲਬ ਇਹ ਹੈ ਉਹ ਅਕਾਲ ਪੁਰਖ ਵਾਹਿਗੁਰੂ ਸਰਵ ਵਿਆਪਕ ਹੈ।